नमस्कार आदाब सत श्री अकाल। चैनल पंजाबी देख रहे सारे ही दर्शकों का स्वागत है। मैं हाँ दीपिंदर कौर ते हाज़र हाँ लैके देश विदेश और प्रवासियों नाल जुड़ियां कुछ खास खबरां। सब तो पहला नज़र मार लैने अहम सुर्खियां ते। कैनेडा की सिटीजनशिप ते पीआर लई उडीक होई होर लंबी। इमीग्रेशन अर्जियां दा बैकलॉग 24 लाख ते पुज्जिया। कैनेडा के रोजगार खेतर विच मुड़ आई तेजी। बेरोजगारी दर गिर के 5.2% दर्ज ते डिग्गी। उजरतां विच औसतन 3.9% वाधा। ईरान च पंजाब के नौजवान नूं कीता अगवा। अगवाकारां ने 10 लाख रुपए की फिरौती की कीती मंग। पीड़ित मनजिंदर सिंह ने सोशल मीडिया राहीं दित्ती जानकारी। ते हुणे ना सरगर्मियां दा विस्तार। कैनेडा विच जाण अते रहण दे चाहवान लोकां दी गिणती लगातार वधदी जा रही है अते इमीग्रेशन अधिकारियों कोल इस विचकार अधीन पईयां अर्जियां दी गिणती हुण 24 लाख तो वध दसी जा रही है, जो कि इस साल की शुरुआत विच सिर्फ 18 लाख के करीब सी। इमीग्रेशन रिफ्यूजी एंड सिटीजनशिप कैनेडा बैकलॉग नूं घटाउण लई इमीग्रेशन अर्जियां दी प्रक्रिया विच तेजी लिआउण लई लगातार कदम चुक रिहा है। इस दे चलदिआं IRCC ਵੱਲੋਂ ਟੈਕਨੋਲੋਜੀ ਵਿੱਚ ਹੋਰ ਸੁਧਾਰ ਕਰਨ ਦੇ ਨਾਲ-ਨਾਲ ਸਟਾਫ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਮੁਲਕ 'ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੀ ਉਡੀਕ ਹੋਰ ਲੰਬੀ ਹੁੰਦੀ ਜਾ ਰਹੀ ਹੈ। ਕੈਨੇਡਾ 'ਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਲਗਾਤਾਰ ਢੇਰ ਲੱਗਦਾ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਪਿਛਲੇ 1 ਮਹੀਨੇ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਦੇ ਵਿੱਚ 2,57,499 ਅਰਜ਼ੀਆਂ ਹੋਰ ਜਮ੍ਹਾਂ ਹੋ ਗਈਆਂ, जिस नाल कुल अर्जियां दी गिनती 24 लाख तक पहुंच गई है। इमीग्रेशन रिफ्यूजी एंड सिटीजनशिप कैनेडा यानी कि IRCC मुताबक 1 जून 2022 तक कैनेडा दी नागरिकता हासिल करन लई लगाईयां गईयां अर्जियां दी गिनती 3,94,664 ते पहुंच गई, जबकि परमानेंट रेजिडेंस अर्जियां दा स्टॉक बीती 6 जून तक 5,22,047 ते पहुंच गया। ਟੈਂਪਰੇਰੀ ਰੈਜ਼ੀਡੈਂਸ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਗਿਣਤੀ 1 ਜੂਨ 2022 ਤੱਕ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਲਾਈਆਂ ਗਈਆਂ ਅਰਜ਼ੀਆਂ ਦੀ ਗਿਣਤੀ 3,94,664 ਤੇ ਪਹੁੰਚ ਗਈ ਹੈ। 6 ਜੂਨ ਤੱਕ ਅਰਜ਼ੀਆਂ ਦਾ ਅੰਕੜਾ 14,11,163 ਤੇ ਪੁੱਜ ਗਿਆ। ਇਸ ਦੇ ਨਾਲ ਹੀ ਬੈਕਲੌਗ 6 ਜੁਲਾਈ 2021 ਨੂੰ 14,47,474 ਸੀ। ਉਸ ਤੋਂ ਬਾਅਦ 27 ਅਕਤੂਬਰ 2021 ਨੂੰ ਇਹ ਬੈਕਲੌਗ 17,92,404 ਤੇ ਪੁੱਜ ਗਿਆ। 15 ਦਸੰਬਰ 2021 ਨੂੰ ਇਹਨਾਂ ਅਰਜ਼ੀਆਂ ਦੀ ਗਿਣਤੀ 18,13,140 ਤੇ ਪਹੁੰਚ ਗਈ। 1 ਫਰਵਰੀ 2022 ਨੂੰ 18,15,628 ਅਰਜ਼ੀਆਂ ਸਨ, ਜਦਕਿ 15 ਮਾਰਚ 2022 ਨੂੰ ਇਹਨਾਂ ਦੀ ਗਿਣਤੀ 18,44,424 ਹੋ ਗਈ। ਮਾਰਚ ਤੋਂ ਬਾਅਦ ਅਰਜ਼ੀਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਇਸ ਦੇ ਚਲਦਿਆਂ 11 ਅਪ੍ਰੈਲ 2022 ਨੂੰ ਅਰਜ਼ੀਆਂ ਦਾ ਇਹ ਬੈਕਲੌਗ 20,31,599 ਤੇ ਪਹੁੰਚ ਗਿਆ। ਉਸ ਤੋਂ ਬਾਅਦ 30 ਅਪ੍ਰੈਲ ਤੋਂ ਲੈ ਕੇ 2 ਮਈ 2022 ਤੱਕ 21,30,385 ਅਰਜ਼ੀਆਂ ਜਮ੍ਹਾਂ ਸਨ। ਇਸ ਤੋਂ ਬਾਅਦ 1 ਮਹੀਨੇ ਦੌਰਾਨ ਇਹਨਾਂ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ। ਇਸ ਦੌਰਾਨ 2,57,499 ਅਰਜ਼ੀਆਂ ਹੋਰ ਜਮ੍ਹਾਂ ਹੋ ਗਈਆਂ, ਜਿਸ ਨਾਲ 1 ਜੂਨ 2022 ਤੱਕ ਕੁੱਲ ਅਰਜ਼ੀਆਂ ਦੀ ਗਿਣਤੀ 24 ਲੱਖ ਤੱਕ ਪਹੁੰਚ ਗਈ। ਹਾਲਾਂਕਿ 3 ਐਕਸਪ੍ਰੈਸ ਐਂਟਰੀ ਪ੍ਰੋਗਰਾਮਾਂ ਰਾਹੀਂ ਆਈਆਂ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਪਿਛਲੇ ਮਹੀਨੇ ਕਾਫੀ ਸੁਧਾਰ ਹੋਇਆ। ਪਿਛਲੇ ਮਹੀਨੇ ਇਹਨਾਂ ਅਰਜ਼ੀਆਂ ਦੀ ਗਿਣਤੀ 31,603 ਤੇ ਪੁੱਜ ਗਈ, ਜਿਹੜੀਆਂ ਕਿ ਅਪ੍ਰੈਲ ਦੇ ਆਖਿਰ ਤੱਕ 40,890 ਦੇ ਕਰੀਬ ਸਨ। ਕੈਨੇਡੀਅਨ ਐਕਸਪੀਰੀਅੰਸ ਕਲਾਸ ਰਾਹੀਂ ਆਈਆਂ ਅਰਜ਼ੀਆਂ ਦਾ ਸਟਾਕ ਬੀਤੇ ਮਹੀਨੇ 6,088 ਤੇ ਪਹੁੰਚ ਗਿਆ, ਜਦਕਿ 29 ਅਪ੍ਰੈਲ ਤੱਕ ਇਸ ਦੀ ਗਿਣਤੀ 7,522 ਤੇ ਸੀ। ਫੈਡਰਲ ਸਕਿਲਡ ਵਰਕਰਸ ਦੀ ਗੱਲ ਕੀਤੀ ਜਾਵੇ ਤਾਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਰਾਹੀਂ ਆਈਆਂ ਅਰਜ਼ੀਆਂ ਦਾ ਬੈਕਲੌਗ ਬੀਤੇ ਮਹੀਨੇ 25,080 ਦਰਜ ਕੀਤਾ ਗਿਆ, ਜਦਕਿ ਇਸ ਤੋਂ 1 ਮਹੀਨਾ ਪਹਿਲਾਂ ਇਹ ਗਿਣਤੀ 32,883 ਤੇ ਸੀ। FSTP ਰਾਹੀਂ ਆਈਆਂ ਅਰਜ਼ੀਆਂ ਦੀ ਗਿਣਤੀ ਵਿੱਚ ਥੋੜਾ ਸੁਧਾਰ ਵੇਖਣ ਨੂੰ ਮਿਲਿਆ, ਜਿਸ ਦੇ ਚਲਦਿਆਂ ਬੀਤੇ ਮਹੀਨੇ ਅਰਜ਼ੀਆਂ ਦੀ ਗਿਣਤੀ 432 ਤੇ ਚੱਲ ਰਹੀ ਹੈ, ਜਦਕਿ ਅਪ੍ਰੈਲ ਦੇ ਅਖੀਰ ਤੱਕ ਇਹ 434 ਸੀ। ਦੂਜੇ ਪਾਸੇ ਟੈਂਪਰੇਰੀ ਰੈਜ਼ੀਡੈਂਸ ਤੇ ਪਰਮਾਨੈਂਟ ਰੈਜ਼ੀਡੈਂਸ ਬਣਨ ਲਈ ਆਈਆਂ ਅਰਜ਼ੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਨੂੰ ਵੇਖਦਿਆਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਇੱਕ ਅਹਿਮ ਫੈਸਲਾ ਕੀਤਾ ਹੈ, ਜਿਸ ਦੇ ਚਲਦਿਆਂ ਕੈਨੇਡਾ ਵਿੱਚ ਹੁਣ ਵਿਆਹੇ ਜੋੜੇ ਸਿਟੀਜ਼ਨਸ਼ਿਪ ਦੀ ਆਨਲਾਈਨ ਅਰਜ਼ੀ ਦਾਖਲ ਕਰ ਸਕਣਗੇ।
ਕੈਨੇਡਾ ਦੇ ਵਿੱਚ ਹੁਣ ਵਿਆਹ ਜੋੜੇ ਅਤੇ ਮਲਟੀਪਲ ਐਡਲਟਸ ਵਾਲੇ ਪਰਿਵਾਰ ਵੀ ਸਿਟੀਜ਼ਨਸ਼ਿਪ ਵਾਸਤੇ ਆਨਲਾਈਨ ਅਰਜ਼ੀਆਂ ਦਾਖਲ ਕਰ ਸਕਣਗੇ। ਮੌਜੂਦਾ ਸਮੇਂ ਵਿੱਚ ਸਿਰਫ ਸਿੰਗਲ ਐਡਲਟ ਐਪਲੀਕੈਂਟ ਨੂੰ ਹੀ ਇਹ ਸਹੂਲਤ ਉਪਲਬਧ ਹੁੰਦੀ ਸੀ, ਪਰ ਆਉਂਦੇ ਫਾਲ ਸੀਜ਼ਨ ਤੋਂ ਇਸ ਦਾ ਖੇੜਾ ਵਧਾਇਆ ਜਾ ਰਿਹਾ ਹੈ। ਇਮੀਗ੍ਰੇਸ਼ਨ ਅਰਜ਼ੀਆਂ ਦੀ ਬੈਕਲੌਗ ਨੂੰ ਵੇਖਦਿਆਂ ਤਾਜ਼ਾ ਕਦਮ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ, ਪਰ ਨਾਲ ਹੀ ਇਹ ਆਵਾਜ਼ ਵੀ ਉੱਠ ਰਹੀ ਹੈ ਕਿ ਇਸ ਸ਼੍ਰੇਣੀ ਦੀਆਂ ਸ਼ਰਤਾਂ ਸਾਫ਼ ਅਤੇ ਸਪਸ਼ਟ ਰੱਖੀਆਂ ਜਾਣ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਦੱਸਿਆ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਪ੍ਰਵਾਸੀ ਇੱਕ ਪਰਿਵਾਰ ਜਾਂ ਇੱਕ ਗਰੁੱਪ ਦੇ ਰੂਪ ਵਿੱਚ ਆਨਲਾਈਨ ਅਰਜ਼ੀਆਂ ਦਾਖਲ ਕਰ ਸਕਣਗੇ, ਜਿਸ ਬਾਰੇ ਸ਼ਰਤਾਂ ਤੈਅ ਕੀਤੀਆਂ ਜਾ ਰਹੀਆਂ ਨੇ। ਆਨਲਾਈਨ ਅਰਜ਼ੀਆਂ ਦੇ ਦੂਜੇ ਬਰਾਮਦ ਨੂੰ 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਵੀ ਆਪਣੇ ਪਰਿਵਾਰ ਨਾਲ ਐਪਲੀਕੇਸ਼ਨ ਦਾਖਲ ਕਰਨ ਦੀ ਇਜਾਜ਼ਤ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਰਹੇ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪਿਛਲੇ ਸਾਲ ਨਵੰਬਰ ਤੋਂ ਸਿਟੀਜ਼ਨਸ਼ਿਪ ਦੀਆਂ ਆਨਲਾਈਨ ਅਰਜ਼ੀਆਂ ਪ੍ਰਵਾਨ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਦਸਤਾਵੇਜ਼ੀ ਰੂਪ ਵਿੱਚ ਸਿਟੀਜ਼ਨਸ਼ਿਪ ਅਰਜ਼ੀਆਂ ਦਾਖਲ ਕਰ ਚੁੱਕੇ ਪ੍ਰਵਾਸੀ ਹੁਣ ਆਨਲਾਈਨ ਅਰਜ਼ੀ ਦਾਇਰ ਨਾ ਕਰਨ। ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਦੇ ਇੱਛੁਕ ਪ੍ਰਵਾਸੀ ਆਨਲਾਈਨ ਪੋਰਟਲ ਰਾਹੀਂ ਅਧੂਰੀਆਂ ਅਰਜ਼ੀਆਂ ਵੀ ਦਾਖਲ ਕਰ ਸਕਦੇ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਮੁਕੰਮਲ ਕੀਤਾ ਜਾ ਸਕਦਾ ਹੈ। ਇਸ ਰਾਹੀਂ ਵੱਖ-ਵੱਖ ਦਸਤਾਵੇਜ਼ ਜਿਵੇਂ ਕਿ ਫੀਸ ਅਦਾਇਗੀ ਦਾ ਸਬੂਤ, ਰਸੀਦ ਮਿਲਣ ਦੀ ਪੁਸ਼ਟੀ ਅਤੇ PDF ਫਾਈਲ ਪ੍ਰਿੰਟ ਦੀ ਸਹੂਲਤ ਵੀ ਦਿੱਤੀ ਗਈ ਹੈ। ਫਿਲਹਾਲ ਇਮੀਗ੍ਰੇਸ਼ਨ ਸਲਾਹਕਾਰ ਆਪਣੇ ਕਲਾਇੰਟਸ ਵਾਸਤੇ ਸਿਟੀਜ਼ਨਸ਼ਿਪ ਅਰਜ਼ੀਆਂ ਦਾਖਲ ਕਰਨ ਲਈ ਅਧਿਕਾਰਤ ਨਹੀਂ ਕੀਤੇ ਗਏ, ਪਰ ਜਲਦੀ ਉਹਨਾਂ ਨੂੰ ਅਧਿਕਾਰਤ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਮੰਤਰੀ ਮਾਰਕੋ ਮੈਂਸੀਨੋ ਨੇ ਆਖਿਆ ਹੈ ਕਿ ਉਹ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕਾਬਜ਼ ਮੁਕਤ ਕਰਨਾ ਚਾਹੁੰਦੇ ਨੇ। ਹਾਲਾਂਕਿ ਇਮੀਗ੍ਰੇਸ਼ਨ ਵਿਭਾਗ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਪਰ ਸਿਟੀਜ਼ਨਸ਼ਿਪ ਲਈ ਆਈਆਂ ਅਰਜ਼ੀਆਂ ਦਾ ਬੈਕਲੌਗ 4 ਲੱਖ ਤੋਂ ਉੱਪਰ ਦੱਸਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੀ ਪਾਰਲੀਮੈਂਟ ਵਿੱਚ ਪਾਸਪੋਰਟ ਬੈਕਲੌਗ ਦਾ ਮੁੱਦਾ ਉੱਠਦਾ ਵਿਖਾਈ ਦੇ ਰਿਹਾ ਹੈ। ਵਿਰੋਧੀ ਧਿਰ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰ ਰਹੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਆਪਣੀ ਸਫਾਈ ਦਿੱਤੀ ਹੈ। ਕੈਨੇਡਾ ਦੇ ਕੇਅਰ ਗਿਵਰ ਪ੍ਰੋਗਰਾਮ ਰਾਹੀਂ PR ਦੀ ਉਮੀਦ ਕਰ ਰਹੇ ਅਤੇ ਪਾਸਪੋਰਟ ਬੈਕਲੌਗ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇੱਕ ਚੰਗੀ ਖਬਰ ਹੈ। ਕੇਅਰ ਗਿਵਰ ਪ੍ਰੋਗਰਾਮ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਮਿਨਿਸਟਰ ਗ੍ਰੈਗ ਮੈਕੀਨ ਨੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੂੰ ਪਾਰਲੀਮੈਂਟ ਦੇ ਕੁਐਸਚਨ ਸੈਸ਼ਨ ਦੌਰਾਨ ਸਵਾਲ ਕੀਤੇ ਨੇ। ਕੰਜ਼ਰਵੇਟਿਵ MP ਨੇ ਆਪਣੀ ਕੰਸਟੀਚੁਐਂਸੀ ਵਿੱਚੋਂ ਇੱਕ ਵਾਰ ਦੱਸਿਆ ਕਿ ਇਹਨਾਂ ਨੇ 2 ਸਾਲ ਪਹਿਲਾਂ ਅਪ੍ਰੈਲ 2020 ਵਿੱਚ ਕੇਅਰ ਗਿਵਰ ਪ੍ਰੋਗਰਾਮ ਵਾਲੇ ਸ਼੍ਰੇਣੀ ਦੇ ਅਧੀਨ ਪਰਮਾਨੈਂਟ ਰੈਜ਼ੀਡੈਂਸੀ ਅਤੇ ਇੱਕ ਵਰਕ ਪਰਮਿਟ ਦੀ ਅਰਜ਼ੀ ਦਿੱਤੀ ਸੀ, ਪਰ IRCC ਨੇ ਦੇਖਭਾਲ ਕਰਨ ਵਾਲੀਆਂ ਸਾਰੀਆਂ ਅਰਜ਼ੀਆਂ ਨੂੰ ਰੋਕ ਦਿੱਤਾ ਕਿਉਂਕਿ ਉਹਨਾਂ ਨੂੰ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਜ਼ਰੂਰੀ ਨਹੀਂ ਸਮਝਿਆ। ਕੰਜ਼ਰਵੇਟਿਵ MP ਨੇ ਦੱਸਿਆ ਕਿ ਉਹ ਮਹਿਲਾ ਹੁਣ 6 ਮਹੀਨਿਆਂ ਦੀ ਗਰਭਵਤੀ ਹੈ ਅਤੇ ਇੱਕ ਗੰਭੀਰ ਬਿਮਾਰੀ ਨਾਲ ਸਾਹਮਣਾ ਕਰ ਰਹੀ ਹੈ, ਜਿਸਦਾ ਉਸਦੀ ਅਤੇ ਉਸਦੇ ਬੱਚੇ ਦੀ ਸਿਹਤ ਤੇ ਪ੍ਰਭਾਵ ਪੈ ਸਕਦਾ ਹੈ। ਪਰ ਸਰਕਾਰ ਦੇ ਇਮੀਗ੍ਰੇਸ਼ਨ ਮਿਸਮੈਨੇਜਮੈਂਟ ਦੇ ਕਾਰਨ ਉਸਦੇ ਕੋਈ ਵੀ ਕੇਅਰ ਗਿਵਰ ਪ੍ਰੋਗਰਾਮ ਦੇ ਅਧੀਨ ਸਿਹਤ ਦੇਖਭਾਲ ਕਵਰੇਜ ਨਹੀਂ ਹੋ ਸਕਦੀ। MP ਨੇ ਪੁੱਛਿਆ ਕਿ ਸਰਕਾਰ ਉਸ ਮਹਿਲਾ ਅਤੇ ਹੋਰਨਾਂ ਪ੍ਰਵਾਸੀਆਂ ਦੀ ਮਦਦ ਕਰੇਗੀ ਜੋ ਕਿ ਕੈਨੇਡਾ ਵਿੱਚ ਬਿਹਤਰ ਜ਼ਿੰਦਗੀ ਨਿਭਾਉਂਦੇ ਨੇ। A constituent of mine, Jarlene, applied for permanent residence and work permit under the caregiver category in April 2020, over 2 years ago. But IRCC stopped all caregiver applications as they were not urgent. Now 6 months pregnant and diagnosed with a serious medical condition that may impact her health and that of her child, she has no health care coverage because of this government's gross mismanagement of immigration. Will the minister help Jarlene and others who have come to Canada for a better life? ਇਸ ਸਵਾਲ ਦਾ ਜਵਾਬ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਕੇਅਰ ਗਿਵਰ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਪਿਛਲੇ ਸਾਲ 4,000 ਤੋਂ ਵੱਧ ਸਥਾਈ ਨਿਵਾਸੀਆਂ ਦਾ ਕੇਅਰ ਗਿਵਰ ਸਕੀਮ ਰਾਹੀਂ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਲ ਇਹ ਗਿਣਤੀ 6,000 ਤੱਕ ਵਧੇਗੀ। ਸਾਡੀ ਸਰਕਾਰ ਅਸਲ ਵਿੱਚ ਕੈਨੇਡਾ ਦੇ ਇਤਿਹਾਸ ਵਿੱਚ ਕਿਸੇ ਵੀ ਸਮੇਂ ਨਾਲੋਂ ਪਰਮਾਨੈਂਟ ਰੈਜ਼ੀਡੈਂਸੀ ਲਈ ਲੋਕਾਂ ਦੀ ਤੇਜ਼ੀ ਨਾਲ ਪ੍ਰਕਿਰਿਆ ਕਰ ਰਹੀ ਹੈ ਅਤੇ ਹੁਣ ਤੱਕ 2 ਲੱਖ ਨਵੇਂ ਪਰਮਾਨੈਂਟ
With respect to caregiver programs, last year, more than 4,000 permanent residents were welcomed to Canada through caregiver streams. We anticipate this year the number will be 6,000. As I shared earlier in response to a separate question this afternoon, we are actually processing people for permanent residency faster than at any point in the history of Canada, with today being the day that 200,000 new permanent residents will be welcomed to Canada. I look forward to taking further questions in private after question period if the honourable member wishes to discuss a specific case file. इसके बाद क्वेश्चन सेशन दौरान पासपोर्ट के मुद्दे की भी सियासत सरगर्म होगी। कंजर्वेटिव एमपी लैला ने आखिया कि पासपोर्ट कैनेडा की वैबसाइट ਨੂੰ ਹਾਲ ਹੀ ਵਿੱਚ ਅਪਡੇਟ ਕੀਤਾ ਗਿਆ ਸੀ, ਜਿਸ ਨਾਲ ਪਾਸਪੋਰਟਾਂ ਦੀ ਆਮ ਪ੍ਰਕਿਰਿਆ ਦੇ ਸਮੇਂ ਨੂੰ ਦੁੱਗਣਾ ਕਰ ਦਿੱਤਾ ਗਿਆ ਸੀ। ਉਹਨਾਂ ਸਵਾਲ ਕੀਤਾ ਕਿ ਹੁਣ ਕੀ ਇਹ ਸਭ ਬੁਨਿਆਦੀ ਸਰਕਾਰੀ ਸੇਵਾਵਾਂ ਨੂੰ 9 ਹਫ਼ਤਿਆਂ ਤੋਂ ਵੱਧ ਸਮਾਂ ਇੱਕ ਸਵੀਕਾਰਯੋਗ ਹੋਣਾ ਹੈ। Mr. Speaker, Passport Canada's website was recently updated, doubling the normal processing times for passports to over 2 months plus time for mail. So my question to the Minister is very simple. Is 9 weeks plus an acceptable timeline for this most basic of government services? इसके जवाब में सरकारी बुलारे ने आखिया कि जिवें कि ਜਦੋਂ ਪਾਸਪੋਰਟ ਦੀ ਗੱਲ ਆਉਂਦੀ ਹੈ ਤਾਂ ਸਾਡੇ ਲਈ ਇਹ ਜਾਣਕਾਰੀ ਕੈਨੇਡੀਅਨਸ ਨਾਲ ਸਾਂਝੀ ਕਰਨਾ ਮਹੱਤਵਪੂਰਨ ਹੈ ਤਾਂ ਜੋ ਉਹ ਉਸ ਅਨੁਸਾਰ ਯੋਜਨਾ ਬਣਾ ਸਕਣ। ਅਸੀਂ ਜਾਣਦੇ ਹਾਂ ਕਿ ਇਹ ਨਿਰਾਸ਼ਾਜਨਕ ਹੈ ਕਿ ਇਹ ਉਹਨਾਂ ਲਈ ਤਣਾਅਪੂਰਨ ਵੀ ਹੈ, ਪਰ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਅਸੀਂ ਪਾਰਦਰਸ਼ੀ ਜਾਣਕਾਰੀ ਪ੍ਰਦਾਨ ਕਰਦੇ ਹਾਂ। ਜਦੋਂ ਅੰਤਰਰਾਸ਼ਟਰੀ ਲੈਵਲ ਦੀ ਕੰਪੈਰੀਜ਼ਨ ਦੀ ਗੱਲ ਆਉਂਦੀ ਹੈ ਤਾਂ ਜੇਕਰ ਅਸੀਂ ਯੂਐਸ ਜਾਂ ਫਿਰ ਕਿਸੇ ਵੀ ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਨਜ਼ਰ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਉਹ ਔਸਤਨ 9 ਤੋਂ 11 ਹਫ਼ਤਿਆਂ ਦੇ ਵਿਚਕਾਰ ਪਾਸਪੋਰਟਾਂ ਦੀ ਗਿਣਤੀ ਕਰਦੇ ਨੇ। ਸਵੀਡਨ ਵਿੱਚ ਲਗਭਗ 27 ਹਫ਼ਤਿਆਂ ਦੀ ਉਡੀਕ ਦਾ ਸਮਾਂ ਹੈ। ਇਹ ਉਹ ਚੀਜ਼ ਹੈ ਜੋ ਕਿ ਦੁਨੀਆ ਭਰ ਵਿੱਚ ਹੋ ਰਹੀ ਹੈ, ਪਰ ਅਸੀਂ ਇੱਥੇ ਕੈਨੇਡਾ ਵਿੱਚ ਇਸ ਗੱਲ ਨੂੰ ਦੇਖਣ ਲਈ ਵਾਧੂ ਜ਼ੋਰ ਲਗਾ ਰਹੇ ਹਾਂ। As I've explained to this House before, we're experiencing unprecedented volumes when it comes to passports. It's important for us to share this information with Canadians so that they can plan accordingly. We know that this is frustrating and that this is stressful for them, but ensuring that we provide transparent information is important. When it comes to international comparisons, Mr. Speaker, when we look at countries like the US, the UK, Australia, they're on average processing passports between 9 and 11 weeks. In Sweden, it's a wait time of almost 27 weeks. Mr. Speaker, this is something that's happening around the world, but we're putting additional resources in place to deal with it here in Canada. ਜ਼ਿਕਰਯੋਗ ਹੈ ਕਿ ਨਾ ਸਿਰਫ ਜੋ ਪ੍ਰਵਾਸੀ ਕੈਨੇਡਾ ਵਿੱਚ ਪਹਿਲਾਂ ਤੋਂ ਪਹੁੰਚੇ ਹੋਏ ਨੇ ਜਾਂ ਫਿਰ ਕੈਨੇਡਾ ਤੋਂ ਬਾਹਰਲੇ ਮੁਲਕਾਂ ਤੋਂ ਕੇਅਰ ਗਿਵਰ ਪ੍ਰੋਗਰਾਮ ਵਿੱਚ ਜਿਨ੍ਹਾਂ ਨੇ ਫਾਈਲਾਂ ਲਾਈਆਂ ਨੇ ਉਹ ਵੀ ਕਈ ਸਾਲਾਂ ਤੋਂ ਪੀਆਰ ਦੀ ਉਡੀਕ ਕਰ ਰਹੇ ਨੇ, ਜਿਸਦਾ ਉਹਨਾਂ ਨੂੰ ਕੋਈ ਜਵਾਬ ਨਹੀਂ ਹੈ। ਇਸ ਦੇ ਨਾਲ ਹੀ ਪਾਸਪੋਰਟ ਬੈਕਲੌਗ ਦਾ ਸਾਹਮਣਾ ਕਰ ਰਹੇ ਲੋਕ ਵੀ ਕਈ ਦਿੱਕਤਾਂ ਤੋਂ ਗੁਜ਼ਰ ਰਹੇ ਨੇ। ਬਿਊਰੋ ਰਿਪੋਰਟ ਕੈਨੇਡਾ ਦਾ ਰੋਜ਼ਗਾਰ ਖੇਤਰ ਇੰਨਾ ਪ੍ਰਫੁੱਲਤ ਹੋ ਗਿਆ ਹੈ ਕਿ ਬੇਰੋਜ਼ਗਾਰੀ ਦਰ ਪਿਛਲੇ 46 ਸਾਲ ਦੇ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਮਈ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ਵਿੱਚ 40,000 ਨੌਕਰੀਆਂ ਪੈਦਾ ਹੋਈਆਂ, ਜਦਕਿ ਬੇਰੋਜ਼ਗਾਰੀ ਦਰ 5.1% ਦਰਜ ਕੀਤੀ ਗਈ ਹੈ, ਜੋ ਕਿ ਅਪ੍ਰੈਲ ਦੌਰਾਨ 5.2% ਦਰਜ ਕੀਤੀ ਗਈ ਸੀ। ਕਿਰਤੀਆਂ ਨੂੰ ਫਾਇਦਾ ਹੋ ਰਿਹਾ ਹੈ ਤੇ ਵਧ ਰਹੀਆਂ ਨੌਕਰੀਆਂ ਦੇ ਨਾਲ-ਨਾਲ ਉੱਚੀ ਉਜਰਤ ਦਰ ਵੀ ਮਿਲ ਰਹੀ ਹੈ।
पंजाबी ऊबर ड्राइवर ਦੇ ਕਾਰੇ ਨੇ ਇੱਕ ਵਾਰ ਫੇਰ ਵਿਦੇਸ਼ ਦੀ ਧਰਤੀ ਤੇ ਭਾਈਚਾਰੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਰਜਿੰਦਰ ਸਿੰਘ ਕਈ ਸਾਲਾਂ ਤੋਂ ਊਬਰ ਰਾਹੀਂ ਕੈਨੇਡਾ ਤੋਂ ਅਮਰੀਕਾ ਵਿੱਚ ਮਨੁੱਖੀ ਤਸਕਰੀ ਕਰ ਰਿਹਾ ਸੀ। ਆਓ ਨਜ਼ਰ ਮਾਰਦੇ ਹਾਂ ਇਸ ਪੂਰੇ ਮਾਮਲੇ ਤੇ। ਕੈਨੇਡਾ ਸਰਹੱਦ ਰਾਹੀਂ ਅਮਰੀਕਾ ਵਿੱਚ ਨਜਾਇਜ਼ ਤਰੀਕੇ ਨਾਲ ਦਾਖਲ ਹੋਣ ਦੇ ਅਮਰੀਕਾ ਨੇ ਇੱਕ ਰਿਪੋਰਟ 'ਚ ਵੱਡਾ ਖੁਲਾਸਾ ਕਰਦਿਆਂ ਮਨੁੱਖੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ, ਜਿਸ 'ਚ ਆਖਿਆ ਗਿਆ ਹੈ ਕਿ $30,000 ਤੋਂ $70,000 ਲੈ ਕੇ ਭਾਰਤੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੈਨੇਡਾ ਸਰਹੱਦ ਰਾਹੀਂ ਅਮਰੀਕਾ ਵਿੱਚ ਨਜਾਇਜ਼ ਢੰਗ ਨਾਲ ਦਾਖਲ ਹੋਣ ਲਈ ਊਬਰ ਦੀ ਵਰਤੋਂ ਕੀਤੀ ਜਾ ਰਹੀ ਹੈ। ਅਮਰੀਕਾ ਨੇ ਬੀਤੇ ਦਿਨੀ ਭਾਰਤੀ ਮੂਲ ਦੇ ਅਮਰੀਕਨ ਰਜਿੰਦਰਪਾਲ ਸਿੰਘ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਤਸਕਰਾਂ ਵੱਲੋਂ ਹਜ਼ਾਰਾਂ ਡਾਲਰ ਲੈ ਕੇ ਪ੍ਰਵਾਸੀਆਂ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਨਜਾਇਜ਼ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਮਦਦ ਕੀਤੀ ਜਾ ਰਹੀ ਹੈ। ਅਮਰੀਕਾ ਦੀ ਪੁਲਿਸ ਵੱਲੋਂ ਇਸ ਤਸਕਰੀ ਨੂੰ ਊਬਰ ਸਮਗਲਿੰਗ ਰਿੰਗ ਦਾ ਨਾਮ ਦਿੱਤਾ ਗਿਆ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਫੈਡਰਲ ਜਾਂਚਕਰਤਾਵਾਂ ਨੂੰ ਸਿਰਫ ਇੱਕ ਖਾਤੇ ਤੋਂ ਹੀ 90 ਤੋਂ ਵੱਧ ਊਬਰ ਟਿਕਟਸ ਦੇ ਸਬੂਤ ਮਿਲੇ ਤੇ ਇਸ ਦੇ ਤਾਰ ਕੈਲੀਫੋਰਨੀਆ ਦੇ ਵਾਸੀ ਰਜਿੰਦਰਪਾਲ ਸਿੰਘ ਨਾਲ ਜੁੜੇ ਹੋਏ ਸਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਾਂਚਕਰਤਾਵਾਂ ਵੱਲੋਂ ਕੁੱਲ 17 ਅਕਾਊਂਟ ਟ੍ਰੇਸ ਕੀਤੇ ਗਏ ਨੇ। ਦੱਸਦੇ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਹਨਾਂ ਵਿੱਚ ਜ਼ਿਆਦਾਤਰ ਭਾਰਤੀ ਸ਼ਾਮਲ ਹੁੰਦੇ ਨੇ। ਬੀਤੇ ਅਪ੍ਰੈਲ ਮਹੀਨੇ ਵਿੱਚ ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਅਤੇ ਅਧਿਕਾਰੀਆਂ ਨੇ ਅਮਰੀਕਾ ਦੀ ਉੱਤਰੀ ਸਰਹੱਦ ਤੇ ਨਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ 1,197 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਏਜੰਟ ਡੇਵਿਡ ਸਪਿਟਜ਼ਰ ਨੇ ਰਜਿੰਦਰਪਾਲ ਸਿੰਘ ਦੀ ਗ੍ਰਿਫਤਾਰੀ ਦਾ ਸਮਰਥਨ ਕਰਦਿਆਂ ਅਦਾਲਤ ਨੂੰ ਇੱਕ ਹਲਫਨਾਮਾ ਦਾਇਰ ਕੀਤਾ, ਜਿਸ ਵਿੱਚ ਉਹਨਾਂ ਨੇ ਆਖਿਆ ਕਿ ਕੈਨੇਡਾ ਸਰਹੱਦ ਰਾਹੀਂ ਨਜਾਇਜ਼ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੇ ਚਾਹਵਾਨ ਪ੍ਰਵਾਸੀ ਮਨੁੱਖੀ ਤਸਕਰਾਂ ਨੂੰ $30,000 ਤੋਂ $70,000 ਤੱਕ ਦਾ ਭੁਗਤਾਨ ਕਰ ਰਹੇ ਨੇ। ਇਸ ਤੋਂ ਇਲਾਵਾ ਸਪਿਟਜ਼ਰ ਨੇ ਆਖਿਆ ਕਿ ਜਸਪਾਲ ਗਿੱਲ ਵਜੋਂ ਜਾਣੇ ਜਾਂਦੇ 48 ਸਾਲਾ ਰਜਿੰਦਰਪਾਲ ਸਿੰਘ ਵੱਲੋਂ 2018 ਤੋਂ ਰਾਈਡ ਹੇਲਿੰਗ ਕੰਪਨੀ ਰਾਹੀਂ 17 ਅਕਾਊਂਟ ਚਲਾਏ ਜਾ ਰਹੇ ਸਨ। ਉਹ ਸਰਹੱਦ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਿਆਉਣ ਲਈ ਊਬਰ ਡਰਾਈਵਰਾਂ ਦਾ ਪ੍ਰਬੰਧ ਕਰਦਾ ਸੀ ਅਤੇ ਫਿਰ ਉਹ ਊਬਰ ਡਰਾਈਵਰ ਇਹਨਾਂ ਪ੍ਰਵਾਸੀਆਂ ਨੂੰ ਸਿਆਟਲ ਟਕੋਮਾ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਦੇ ਖੇਤਰ ਵਿੱਚ ਛੱਡ ਕੇ ਆਉਂਦੇ ਸਨ, ਜਿੱਥੋਂ ਇਹ ਪ੍ਰਵਾਸੀ ਹੋਰ ਊਬਰ ਦੀ ਵਰਤੋਂ ਕਰਦੇ ਸੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਬ੍ਰੈਂਪਟਨ ਤੋਂ ਮਿਸੀਸਾਗਾ 'ਚ ਕਾਰ ਚੋਰਾਂ ਦੇ ਹੌਸਲੇ ਵੱਧਦੇ ਜਾ ਰਹੇ ਨੇ, ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਤੇ ਇਹਨਾਂ ਘਟਨਾਵਾਂ ਨੂੰ ਰੋਕਣ ਵਾਸਤੇ ਅਹਿਮ ਗੱਲਾਂ ਦਾ ਧਿਆਨ ਰੱਖਣ ਲਈ ਸਲਾਹ ਦਿੱਤੀ ਗਈ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਕਾਰ ਚੋਰਾਂ ਦੇ ਲਗਾਤਾਰ ਹੌਸਲੇ ਵੱਧਦੇ ਜਾ ਰਹੇ ਨੇ। ਇਸ ਦੇ ਚੱਲਦਿਆਂ ਬ੍ਰੈਂਪਟਨ ਤੇ ਮਿਸੀਸਾਗਾ ਵਿੱਚੋਂ ਚੋਰ ਸਿਰਫ ਇੱਕ ਹਫ਼ਤੇ ਵਿੱਚ 86 ਕਾਰਾਂ ਚੋਰੀ ਕਰਕੇ ਫਰਾਰ ਹੋ ਗਏ। ਪੀਲ ਰੀਜਨ ਪੁਲਿਸ ਨੇ ਦੱਸਿਆ ਕਿ ਇਹਨਾਂ ਦੋਵਾਂ ਸ਼ਹਿਰਾਂ ਵਿੱਚ 7 ਦਿਨਾਂ ਦੇ ਵਿੱਚ 86 ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਵਾਪਰੀਆਂ ਨੇ। 3 ਜੂਨ ਤੋਂ ਲੈ ਕੇ 9 ਜੂਨ ਤੱਕ ਬ੍ਰੈਂਪਟਨ ਵਿੱਚ 41 ਅਤੇ ਮਿਸੀਸਾਗਾ ਵਿੱਚੋਂ 45 ਗੱਡੀਆਂ ਚੋਰੀ ਹੋਈਆਂ। ਇਸ ਦੇ ਚੱਲਦਿਆਂ ਇਸ ਖੇਤਰ ਵਿੱਚੋਂ ਚੋਰ ਇੱਕ ਦਿਨ ਵਿੱਚ ਔਸਤਨ 12 ਗੱਡੀਆਂ ਲੈ ਕੇ ਰਫੂ ਚੱਕਰ ਹੋ ਗਏ।
ਇਸ ਤੋਂ ਪਹਿਲਾਂ 4 ਮਈ ਤੋਂ ਲੈ ਕੇ 2 ਜੂਨ ਤੱਕ 30 ਦਿਨਾਂ ਦੇ ਇਸ ਸਮੇਂ ਦੌਰਾਨ ਇਹਨਾਂ ਦੋਵਾਂ ਸ਼ਹਿਰਾਂ ਬਰੈਂਪਟਨ ਤੇ ਮਿਸੀਸਾਗਾ ਵਿੱਚ 404 ਗੱਡੀਆਂ ਚੋਰੀ ਹੋਈਆਂ ਸਨ। ਇਸ ਮੁਤਾਬਕ ਇੱਕ ਦਿਨ ਵਿੱਚ ਔਸਤਨ ਲਗਭਗ 13 ਗੱਡੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਾਪਰੀਆਂ। ਇਸ ਸਾਲ ਦੇ ਸ਼ੁਰੂ ਵਿੱਚ 30 ਮਾਰਚ ਤੋਂ 28 ਅਪ੍ਰੈਲ ਤੱਕ 413 ਗੱਡੀਆਂ ਚੋਰੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਸਨ। ਜੇਕਰ ਇੱਕ ਦਿਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਇੱਕ ਮਹੀਨੇ ਦੇ ਸਮੇਂ ਵਿੱਚ ਲਗਭਗ 13 ਗੱਡੀਆਂ ਰੋਜ਼ਾਨਾ ਚੋਰੀ ਹੋਈਆਂ। ਕਾਰ ਚੋਰੀ ਦੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਇਹਨਾਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੀਲ ਰੀਜਨ ਪੁਲਿਸ ਚੋਰਾਂ ਦੀ ਪੈੜ ਨੱਪਣ ਲੱਗੀ ਹੈ। ਇਸ ਦੇ ਚਲਦਿਆਂ ਹੀ ਪੁਲਿਸ ਨੇ 7 ਜੂਨ ਨੂੰ ਇਸ ਕੇਸ ਦੇ ਵਿੱਚ ਬਲਿੰਗਟਨ ਤੋਂ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੇ ਕਾਰ ਚੋਰੀ ਦੇ ਦੋਸ਼ ਆਇਦ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਬੇਸਮੈਂਟ ਵਿੰਡੋ ਰਾਹੀਂ ਇੱਕ ਘਰ ਵਿੱਚ ਦਾਖਲ ਹੋਇਆ ਸੀ, ਜਿੱਥੋਂ ਉਸਨੇ ਇੱਕ ਗੱਡੀ ਚੋਰੀ ਕੀਤੀ ਤੇ ਫਰਾਰ ਹੋ ਗਿਆ। ਇਸ ਤੇ ਪੁਲਿਸ ਨੇ ਪੂਰੀ ਮੁਸ਼ਤੈਦੀ ਦਿਖਾਉਂਦਿਆਂ ਵਾਰਦਾਤ ਵਾਲੇ ਦਿਨ ਹੀ ਚੋਰੀ ਹੋਈ ਗੱਡੀ ਬਰਾਮਦ ਕਰ ਲਈ ਤੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਤੋਂ ਇਲਾਵਾ 9 ਜੂਨ ਨੂੰ ਓਟਾਵਾ ਤੋਂ ਲਗਭਗ 110 ਕਿਲੋਮੀਟਰ ਦੂਰ ਕਿਊਬੈਕ ਵਿਸ਼ਲ ਬਾਰਡਰ ਤੇ ਹੌਪਸਬਰੀ ਦੇ ਟਾਊਨ ਵਿੱਚੋਂ 5 ਅਲੜਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਕਾਰ ਚੋਰੀ ਕਰਨ ਵਾਲੇ ਔਜ਼ਾਰ ਬਰਾਮਦ ਹੋਏ। ਗ੍ਰਿਫਤਾਰ ਕੀਤੇ ਗਏ ਇਹਨਾਂ ਨੌਜਵਾਨਾਂ ਵਿੱਚੋਂ ਇੱਕ ਬਰੈਂਪਟਨ ਤੇ ਬਾਕੀ ਦੇ ਮੌਂਟਰੀਅਲ ਦੇ ਵਾਸੀ ਸਨ। ਪੀਲ ਰੀਜਨ ਪੁਲਿਸ ਨੇ ਕਾਰ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਸ ਤੋਂ ਇਲਾਵਾ ਨਾਲ ਹੀ ਇਹਨਾਂ ਘਟਨਾਵਾਂ ਨੂੰ ਰੋਕਣ ਵਾਸਤੇ ਸਥਾਨਕ ਲੋਕਾਂ ਲਈ ਸਲਾਹ ਵੀ ਜਾਰੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਸੰਭਵ ਹੋ ਸਕੇ ਤਾਂ ਕਾਰ ਮਾਲਕ ਆਪਣੀ ਗੱਡੀ ਗੈਰਾਜ ਵਿੱਚ ਖੜੀ ਕਰਨ, ਘਰ ਦੇ ਬਾਹਰ ਸਿਕਿਉਰਿਟੀ ਕੈਮਰਾ ਲਗਾਇਆ ਜਾਵੇ, ਗੱਡੀਆਂ ਦੀਆਂ ਚਾਬੀਆਂ ਆਪਣੇ ਸਾਹਮਣੇ ਵਾਲੇ ਦਰਵਾਜ਼ੇ ਕੋਲ ਨਾ ਛੱਡੋ, ਉਹਨਾਂ ਨੂੰ ਆਪਣੇ ਕੋਲ ਅੰਦਰ ਵਾਲੇ ਕਮਰਿਆਂ ਵਿੱਚ ਰੱਖੋ, ਕਾਰ ਨੂੰ ਸਟਾਰਟ ਖੜੀ ਕਰਕੇ ਸੁੰਨੀ ਨਾ ਛੱਡੋ, ਜਦੋਂ ਵੀ ਕਿਤੇ ਜਾਣਾ ਹੋਵੇ ਤਾਂ ਉਸੇ ਵੇਲੇ ਗੱਡੀ ਸਟਾਰਟ ਕਰੋ ਤੇ ਗੱਡੀ ਵਿੱਚੋਂ ਨਾ ਉਤਰੋ। ਇਸ ਤੋਂ ਇਲਾਵਾ ਜਦੋਂ ਵੀ ਕੋਈ ਸ਼ੱਕੀ ਗੱਡੀ ਗੁਆਂਢ ਵਿੱਚ ਦਿਖਾਈ ਦੇਵੇ ਤਾਂ ਇਸ ਸੰਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਇਹ ਸਾਵਧਾਨੀਆਂ ਵਰਤ ਕੇ ਗੱਡੀ ਚੋਰੀ ਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਕੈਲਡਨ ਪੁਲਿਸ ਨੇ 2 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੌਜਵਾਨਾਂ ਨੂੰ ਗੱਡੀ ਚੋਰੀ ਦੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ ਅਗਸਤ ਮਹੀਨੇ ਦੇ ਆਖਿਰ ਵਿੱਚ ਔਰੇਂਜਵਿਲ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਓਨਟਾਰੀਓ ਦੇ ਸ਼ਹਿਰ ਕੈਲਡਨ 'ਚ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਭਾਰਤੀ ਮੂਲ ਦੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਵਿੱਚੋਂ 2 ਪੰਜਾਬੀ ਮੂਲ ਦੇ ਨੌਜਵਾਨ ਵੀ ਸ਼ਾਮਿਲ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬੋਲਟਨ ਖੇਤਰ 'ਚ ਪ੍ਰਾਈਵੇਟ ਡਰਾਈਵੇਜ਼ ਤੋਂ 5 ਰੈਂਗਲਰ ਜੀਪਾਂ ਚੋਰੀ ਹੋਈਆਂ। ਇਹਨਾਂ ਜੀਪਾਂ ਵਿੱਚ ਹਾਰਵੈਸਟ ਮੂਨ ਡਰਾਈਵ, ਲਿਸਮਰ ਕ੍ਰੀਸੈਂਟ, ਲਾਰੈਂਸ ਹੈਰਿਸ ਕ੍ਰੀਸੈਂਟ, ਐਲਵੁੱਡ ਡਰਾਈਵ ਅਤੇ ਏਰੋ ਗ੍ਰੇਟ ਕ੍ਰੀਸੈਂਟ ਸ਼ਾਮਿਲ ਨੇ। ਇਹ ਸਾਰੀਆਂ ਗੱਡੀਆਂ 2019 ਤੋਂ 2021 ਮਾਡਲ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਕੈਲਡਨ ਕਮਿਊਨਿਟੀ ਸਟਰੀਟ ਕ੍ਰਾਈਮ ਯੂਨਿਟ ਯਾਨੀ ਕਿ CSCU ਨੇ ਬਰੀਕੀ ਨਾਲ ਜਾਂਚ ਕੀਤੀ, ਜਿਸ ਦੇ ਚਲਦਿਆਂ ਚੋਰੀ ਹੋਈਆਂ 5 ਰੈਂਗਲਰ ਜੀਪਾਂ ਬਰਾਮਦ ਕਰ ਲਈਆਂ ਗਈਆਂ। ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 23 ਸਾਲਾ ਹਰਜੋਤ ਸਿੰਘ, 21 ਸਾਲ ਦੇ ਰਸ਼ਾਫ ਖੁੱਲਰ, 24 ਸਾਲ ਦੇ ਕੁਮਾਰ ਰਮਨ ਅਤੇ 23 ਸਾਲ ਦੇ ਸ਼ਰਨਦੀਪ ਸਿੰਘ ਵਜੋਂ ਹੋਈ ਹੈ। ਇਹ ਚਾਰੇ ਨੌਜਵਾਨ ਕੈਲਡਨ ਦੇ ਹੀ ਵਾਸੀ ਦੱਸੇ ਜਾ ਰਹੇ ਨੇ। ਪੁਲਿਸ ਨੇ ਇਹਨਾਂ ਤੇ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਇਹਨਾਂ ਨੌਜਵਾਨਾਂ ਨੂੰ ਗੱਡੀ ਚੋਰੀ ਦੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ ਅਗਸਤ ਮਹੀਨੇ ਦੇ ਆਖਿਰ ਵਿੱਚ ਔਰੇਂਜਵਿਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। OPP ਦੀ ਕੈਲਡਨ ਇਕਾਈ ਨੇ ਦੱਸਿਆ ਕਿ ਚੋਰ ਖਾਸ ਤਕਨੀਕ ਦੀ ਵਰਤੋਂ ਕਰਕੇ ਚਾਬੀ ਰਹਿਤ ਗੱਡੀਆਂ ਨੂੰ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ। ਦੱਸਣਯੋਗ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਾਰ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਕੱਲੇ ਬਰੈਂਪਟਨ ਤੇ ਮਿਸੀਸਾਗਾ ਵਿੱਚ ਇਸ ਸਾਲ 30 ਮਾਰਚ ਤੋਂ 28 ਅਪ੍ਰੈਲ ਤੱਕ 413 ਗੱਡੀਆਂ ਚੋਰੀ ਹੋਈਆਂ, ਜਦਕਿ 4 ਮਈ ਤੋਂ ਲੈ ਕੇ 2 ਜੂਨ ਤੱਕ 30 ਦਿਨਾਂ ਦੇ ਵਿੱਚ 404 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਮਿਲੀ ਹੈ। ਜੇਕਰ ਬੀਤੇ ਇੱਕ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਬਰੈਂਪਟਨ ਤੇ ਮਿਸੀਸਾਗਾ ਵਿੱਚੋਂ ਹੀ 7 ਦਿਨਾਂ ਦੇ ਵਿੱਚ ਚੋਰਾਂ ਨੇ 86 ਕਾਰਾਂ ਲੈ ਕੇ ਉਹ ਫਰਾਰ ਹੋ ਗਏ। ਪੀਲ ਰੀਜਨ ਪੁਲਿਸ ਨੇ ਦੱਸਿਆ ਕਿ 3 ਜੂਨ ਤੋਂ ਲੈ ਕੇ 9 ਜੂਨ ਤੱਕ ਬਰੈਂਪਟਨ ਵਿੱਚ 40 ਤੋਂ ਵੱਧ ਅਤੇ ਮਿਸੀਸਾਗਾ ਵਿੱਚੋਂ 45 ਦੇ ਕਰੀਬ ਗੱਡੀਆਂ ਚੋਰੀ ਹੋਈਆਂ ਨੇ। ਇਸ ਮਾਮਲੇ ਵਿੱਚ ਕੈਲਡਨ ਕਮਿਊਨਿਟੀ ਸਟਰੀਟ ਕ੍ਰਾਈਮ ਯੂਨਿਟ ਯਾਨੀ ਕਿ CSCU ਨੇ ਬਰੀਕੀ ਨਾਲ ਜਾਂਚ ਕੀਤੀ,
ਜਿਸ ਦੇ ਚਲਦਿਆਂ ਚੋਰੀ ਹੋਈਆਂ 5 ਰੈਂਗਲਰ ਜੀਪਾਂ ਬਰਾਮਦ ਕਰ ਲਈਆਂ ਗਈਆਂ। ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 23 ਸਾਲਾ ਹਰਜੋਤ ਸਿੰਘ, 21 ਸਾਲ ਦੇ ਰਸ਼ਾਫ ਖੁੱਲਰ, 24 ਸਾਲ ਦੇ ਕੁਮਾਰ ਰਮਨ ਅਤੇ 23 ਸਾਲ ਦੇ ਸ਼ਰਨਦੀਪ ਸਿੰਘ ਵਜੋਂ ਹੋਈ ਹੈ। ਇਹ ਚਾਰੇ ਨੌਜਵਾਨ ਕੈਲਡਨ ਦੇ ਹੀ ਵਾਸੀ ਦੱਸੇ ਜਾ ਰਹੇ ਨੇ। ਪੁਲਿਸ ਨੇ ਇਹਨਾਂ ਤੇ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਇਹਨਾਂ ਨੌਜਵਾਨਾਂ ਨੂੰ ਗੱਡੀ ਚੋਰੀ ਦੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ ਅਗਸਤ ਮਹੀਨੇ ਦੇ ਆਖੀਰ ਵਿੱਚ ਔਰੰਜਵਿਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। OPP ਦੀ ਕੈਲਡਨ ਇਕਾਈ ਨੇ ਦੱਸਿਆ ਕਿ ਚੋਰ ਖਾਸ ਤਕਨੀਕ ਦੀ ਵਰਤੋਂ ਕਰਕੇ ਚਾਬੀ ਰਹਿਤ ਗੱਡੀਆਂ ਨੂੰ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ। ਦੱਸਣਯੋਗ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਾਰ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਕੱਲੇ ਬ੍ਰੈਂਪਟਨ ਤੇ ਮਿਸਿਸਾਗਾ ਵਿੱਚ ਇਸ ਸਾਲ 30 ਮਾਰਚ ਤੋਂ 28 ਅਪ੍ਰੈਲ ਤੱਕ 413 ਗੱਡੀਆਂ ਚੋਰੀ ਹੋਈਆਂ, ਜਦਕਿ 4 ਮਈ ਤੋਂ ਲੈ ਕੇ 2 ਜੂਨ ਤੱਕ 30 ਦਿਨਾਂ ਦੇ ਵਿੱਚ 404 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਮਿਲੀ ਹੈ। ਜੇਕਰ ਬੀਤੇ ਇੱਕ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਬ੍ਰੈਂਪਟਨ ਤੇ ਮਿਸਿਸਾਗਾ ਵਿੱਚੋਂ ਹੀ 7 ਦਿਨਾਂ ਦੇ ਵਿੱਚ ਚੋਰਾਂ ਨੇ 86 ਕਾਰਾਂ ਲੈ ਕੇ ਉਹ ਫਰਾਰ ਹੋ ਗਏ। ਪੀਲ ਰੀਜਨ ਪੁਲਿਸ ਨੇ ਦੱਸਿਆ ਕਿ 3 ਜੂਨ ਤੋਂ ਲੈ ਕੇ 9 ਜੂਨ ਤੱਕ ਬ੍ਰੈਂਪਟਨ ਵਿੱਚ 40 ਤੋਂ ਵੱਧ ਅਤੇ ਮਿਸਿਸਾਗਾ ਵਿੱਚੋਂ 45 ਦੇ ਕਰੀਬ ਗੱਡੀਆਂ ਚੋਰੀ ਹੋਈਆਂ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਲ 2020 ਚ ਸਤੰਬਰ ਮਹੀਨੇ ਆਕਲੈਂਡ ਖੇਤਰ ਚ ਪੈਂਦੇ ਪੰਜਾਬੀ ਵਸੋਂ ਦੇ ਗੜ ਕਹੇ ਜਾਂਦੇ ਸ਼ਹਿਰ ਪਾਪਾ ਟੋਏ ਟੋਏ ਵਿਖੇ ਘਰ ਚ ਮ੍ਰਿਤਕ ਪਈ ਪੰਜਾਬਣ ਦੇ ਕਤਲ ਨੂੰ ਲੈ ਕੇ ਉਸਦੇ ਪਤੀ ਬੇਅੰਤ ਸਿੰਘ ਨੇ ਹੀ ਆਕਲੈਂਡ ਹਾਈ ਕੋਰਟ ਚ ਆਪਣਾ ਦੋਸ਼ ਕਬੂਲ ਕਰ ਲਿਆ। 21 ਸਤੰਬਰ 2020 ਨੂੰ ਸਾਊਥ ਆਕਲੈਂਡ ਦੇ ਸ਼ਹਿਰ ਪਾਪਾ ਟੋਏ ਵਿਖੇ ਇੱਕ 42 ਸਾਲਾ ਔਰਤ ਬਿੰਦਰਪਾਲ ਕੌਰ ਨੂੰ ਉਸਦੇ ਹੀ ਘਰ ਵਿੱਚ ਮ੍ਰਿਤਕ ਅਵਸਥਾ ਦੇ ਵਿੱਚ ਪਾਇਆ ਗਿਆ ਸੀ। ਪੁਲਿਸ ਨੇ 4 ਦਿਨ ਦੀ ਛਾਣਬੀਣ ਤੋਂ ਬਾਅਦ 24 ਸਤੰਬਰ ਨੂੰ ਉਸਦੇ ਪਤੀ ਬੇਅੰਤ ਸਿੰਘ ਨੂੰ ਹੀ ਗ੍ਰਿਫਤਾਰ ਕਰਕੇ ਅਗਲੇ ਦਿਨ ਮੈਨੂਕਾਓ ਅਦਾਲਤ ਵਿੱਚ ਪੇਸ਼ ਕੀਤਾ ਸੀ। ਅਦਾਲਤੀ ਕੇਸ ਕਤਲ ਦਾ ਹੋਣ ਕਰਕੇ ਮਾਮਲਾ ਆਕਲੈਂਡ ਹਾਈ ਕੋਰਟ ਪਹੁੰਚ ਗਿਆ ਅਤੇ ਆਖਿਰਕਾਰ 49 ਸਾਲਾ ਬੇਅੰਤ ਸਿੰਘ ਨੇ ਹੁਣ ਇੱਕ ਪੰਜਾਬੀ ਇੰਟਰਪ੍ਰੀਟਰ ਰਾਹੀਂ ਨਿਊਜ਼ੀਲੈਂਡ ਦੇ ਵਿੱਚ ਕਬੂਲ ਲਿਆ ਹੈ ਕਿ ਇਹ ਕਤਲ ਉਸਨੇ ਹੀ ਕੀਤਾ ਸੀ। ਅਗਲੇ ਮਹੀਨੇ ਇਸ ਕੇਸ ਉੱਤੇ ਅਗਲੀ ਸੁਣਵਾਈ ਹੋਣੀ ਹੈ ਅਤੇ ਫਿਰ ਸਜ਼ਾ ਸੁਣਾਈ ਜਾਵੇਗੀ, ਜੋ ਕਿ ਸਤੰਬਰ ਦੇ ਵਿੱਚ ਹੋ ਸਕਦੀ ਹੈ। ਤੱਥਾਂ ਦੇ ਸਾਰ ਦੇ ਅਨੁਸਾਰ ਕੌਰ ਅਤੇ ਸਿੰਘ ਦਾ ਵਿਆਹ 10 ਸਾਲਾਂ ਤੋਂ ਇੱਕ ਅਰੇਂਜ ਮੈਰਿਜ ਦੇ ਨਤੀਜੇ ਵਜੋਂ ਹੋਇਆ ਸੀ। ਇਸ ਦੇ ਨਾਲ ਹੀ 2013 ਤੋਂ ਨਿਊਜ਼ੀਲੈਂਡ ਵਿੱਚ ਇਕੱਠੇ ਉਹ ਰਹਿ ਰਹੇ ਸਨ। ਉਹਨਾਂ ਦਾ ਰਿਸ਼ਤਾ ਅਸਥਿਰ ਸੀ ਅਤੇ ਇਸ ਜੋੜੇ ਦਾ ਕੋਈ ਔਲਾਦ ਵੀ ਨਹੀਂ ਸੀ। ਬਿੰਦਰ ਕੌਰ ਦੇ ਇੰਡੀਆ ਰਹਿੰਦੇ ਪਰਿਵਾਰ ਨੂੰ ਸਜ਼ਾ ਸੁਣਾਉਣ ਵੇਲੇ ਆਡੀਓ ਵੀਡੀਓ ਰਾਹੀਂ ਅਦਾਲਤੀ ਕਾਰਵਾਈ ਦੇ ਨਾਲ ਜੋੜਿਆ ਰੱਖਿਆ ਜਾਵੇਗਾ। ਜੱਜ ਨੇ ਬੇਅੰਤ ਸਿੰਘ ਨੂੰ ਪਹਿਲੇ ਪੜਾਅ ਯਾਨੀ ਕਿ ਜੁਰਮ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਸਤੰਬਰ ਤੱਕ ਹਿਰਾਸਤ ਵਿੱਚ ਰਹਿਣ ਲਈ ਕਿਹਾ ਹੈ। ਇਹ ਚੇਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਕੋਈ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਵਿਅਕਤੀ ਅਪਰਾਧ ਕਰ ਜਾਂਦਾ ਹੈ ਅਤੇ ਜਿਸ ਕੋਲ ਕੋਈ ਪਿਛਲੀ ਚੇਤਾਵਨੀ ਨਹੀਂ ਹੁੰਦੀ। ਇੱਕ ਵਾਰ ਜਦੋਂ ਵਿਅਕਤੀ ਨੂੰ ਪਹਿਲੀ ਚੇਤਾਵਨੀ ਮਿਲ ਜਾਂਦੀ ਹੈ ਤਾਂ ਉਹ ਉਹਨਾਂ ਦੇ ਰਿਕਾਰਡ ਵਿੱਚ ਉਦੋਂ ਤੱਕ ਲਈ ਰਹਿੰਦੀ ਹੈ ਜਦੋਂ ਤੱਕ ਅਦਾਲਤ ਦਾ ਫੈਸਲਾ ਉਸ ਪ੍ਰਤੀ ਬਦਲ ਨਹੀਂ ਜਾਂਦਾ। ਦੱਸਣਯੋਗ ਹੈ ਕਿ ਲੋਕਲ ਅਖਬਾਰਾਂ ਅਨੁਸਾਰ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਬਿੰਦਰਪਾਲ ਕੌਰ ਨੇ ਆਪਣੇ ਕਤਲ ਤੋਂ ਕੁਝ ਸਮੇਂ ਪਹਿਲਾਂ ਹੀ ਕਿਸੇ ਰਿਸ਼ਤੇਦਾਰ ਕੋਲ ਖਦਸ਼ਾ ਵੀ ਪ੍ਰਗਟਾਇਆ ਸੀ ਕਿ ਬੇਅੰਤ ਸਿੰਘ ਉਸਦਾ ਸੁੱਤੀ ਪਈ ਦਾ ਕਤਲ ਕਰ ਸਕਦਾ ਹੈ। ਇੱਥੋਂ ਤੱਕ ਕਿ ਬਿੰਦਰਪਾਲ ਕੌਰ ਨੇ ਕੁੱਟਮਾਰ ਦੀਆਂ ਤਸਵੀਰਾਂ ਇੱਕ ਰਿਸ਼ਤੇਦਾਰ ਦੇ ਬੱਚੇ ਨਾਲ ਵੀ ਸਾਂਝੀਆਂ ਕੀਤੀਆਂ ਸਨ। ਇਸ ਘਟਨਾ ਵਾਲੇ ਦਿਨ ਬਿੰਦਰਪਾਲ ਕੌਰ ਪਹਿਲਾਂ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਕੇ ਆਈ ਅਤੇ ਇਹ ਜੋੜਾ ਉਸੇ ਦੁਪਹਿਰ ਨੂੰ ਇਕੱਠੇ ਕੋਲਮਾਰ ਰੋਡ ਸਥਿਤ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਾਹਿਬ ਵੀ ਗਏ, ਜਿਸ ਤੋਂ ਬਾਅਦ ਉਹ ਇਕੱਠੇ ਕਿਰਿਆਨੇ ਦੀ ਖਰੀਦਦਾਰੀ ਕਰਨ ਵੀ ਗਿਆ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਬਿੰਦਰ ਕੌਰ ਦੀ ਹੱਤਿਆ ਦੇ ਕਾਰਨਾਂ ਦੇ ਸਹੀ ਹਾਲਾਤ ਅਜੇ ਵੀ ਅਸਪਸ਼ਟ ਨੇ। ਤੱਥਾਂ ਦੇ ਸਾਰ ਦੇ ਅਨੁਸਾਰ ਕੌਰ ਅਤੇ ਸਿੰਘ ਦਾ ਵਿਆਹ 10 ਸਾਲਾਂ ਤੋਂ ਇੱਕ ਅਰੇਂਜ ਮੈਰਿਜ ਦੇ ਨਤੀਜੇ ਵਜੋਂ ਹੋਇਆ ਸੀ। ਇਸ ਦੇ ਨਾਲ ਹੀ 2013 ਤੋਂ ਨਿਊਜ਼ੀਲੈਂਡ ਵਿੱਚ ਇਕੱਠੇ ਉਹ ਰਹਿ ਰਹੇ ਸਨ। ਉਹਨਾਂ ਦਾ ਰਿਸ਼ਤਾ ਅਸਥਿਰ ਸੀ ਅਤੇ ਇਸ ਜੋੜੇ ਦਾ ਕੋਈ ਔਲਾਦ ਵੀ ਨਹੀਂ ਸੀ। ਬਿੰਦਰ ਕੌਰ ਦੇ ਇੰਡੀਆ ਰਹਿੰਦੇ ਪਰਿਵਾਰ ਨੂੰ ਸਜ਼ਾ ਸੁਣਾਉਣ ਵੇਲੇ ਆਡੀਓ ਵੀਡੀਓ ਰਾਹੀਂ ਅਦਾਲਤੀ ਕਾਰਵਾਈ ਦੇ ਨਾਲ ਜੋੜਿਆ ਰੱਖਿਆ ਜਾਵੇਗਾ। ਜੱਜ ਨੇ ਬੇਅੰਤ ਸਿੰਘ ਨੂੰ ਪਹਿਲੇ ਪੜਾਅ ਯਾਨੀ ਕਿ ਜੁਰਮ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਸਤੰਬਰ ਤੱਕ ਹਿਰਾਸਤ ਵਿੱਚ ਰਹਿਣ ਲਈ ਕਿਹਾ ਹੈ।
ਇਹ ਚੇਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਕੋਈ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਵਿਅਕਤੀ ਅਪਰਾਧ ਕਰ ਜਾਂਦਾ ਹੈ ਅਤੇ ਜਿਸ ਕੋਲ ਕੋਈ ਪਿਛਲੀ ਚੇਤਾਵਨੀ ਨਹੀਂ ਹੁੰਦੀ। ਇੱਕ ਵਾਰ ਜਦੋਂ ਵਿਅਕਤੀ ਨੂੰ ਪਹਿਲੀ ਚੇਤਾਵਨੀ ਮਿਲ ਜਾਂਦੀ ਹੈ ਤਾਂ ਉਹ ਉਹਨਾਂ ਦੇ ਰਿਕਾਰਡ ਵਿੱਚ ਉਦੋਂ ਤੱਕ ਲਈ ਰਹਿੰਦੀ ਹੈ ਜਦੋਂ ਤੱਕ ਅਦਾਲਤ ਦਾ ਫੈਸਲਾ ਉਸ ਪ੍ਰਤੀ ਬਦਲ ਨਹੀਂ ਜਾਂਦਾ। ਦੱਸਣਯੋਗ ਹੈ ਕਿ ਲੋਕਲ ਅਖਬਾਰਾਂ ਅਨੁਸਾਰ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਬਿੰਦਰਪਾਲ ਕੌਰ ਨੇ ਆਪਣੇ ਕਤਲ ਤੋਂ ਕੁਝ ਸਮੇਂ ਪਹਿਲਾਂ ਹੀ ਕਿਸੇ ਰਿਸ਼ਤੇਦਾਰ ਕੋਲ ਖਦਸ਼ਾ ਵੀ ਪ੍ਰਗਟਾਇਆ ਸੀ ਕਿ ਬੇਅੰਤ ਸਿੰਘ ਉਸਦਾ ਸੁੱਤੀ ਪਈ ਦਾ ਕਤਲ ਕਰ ਸਕਦਾ ਹੈ। ਇੱਥੋਂ ਤੱਕ ਕਿ ਬਿੰਦਰਪਾਲ ਕੌਰ ਨੇ ਕੁੱਟਮਾਰ ਦੀਆਂ ਤਸਵੀਰਾਂ ਇੱਕ ਰਿਸ਼ਤੇਦਾਰ ਦੇ ਬੱਚੇ ਨਾਲ ਵੀ ਸਾਂਝੀਆਂ ਕੀਤੀਆਂ ਸਨ। ਇਸ ਘਟਨਾ ਵਾਲੇ ਦਿਨ ਬਿੰਦਰਪਾਲ ਕੌਰ ਪਹਿਲਾਂ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਕੇ ਆਈ ਅਤੇ ਇਹ ਜੋੜਾ ਉਸੇ ਦੁਪਹਿਰ ਨੂੰ ਇਕੱਠੇ ਕੋਲਮਾਰ ਰੋਡ ਸਥਿਤ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਾਹਿਬ ਵੀ ਗਏ, ਜਿਸ ਤੋਂ ਬਾਅਦ ਉਹ ਇਕੱਠੇ ਕਿਰਿਆਨੇ ਦੀ ਖਰੀਦਦਾਰੀ ਕਰਨ ਵੀ ਗਿਆ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਬਿੰਦਰ ਕੌਰ ਦੀ ਹੱਤਿਆ ਦੇ ਕਾਰਨਾਂ ਦੇ ਸਹੀ ਹਾਲਾਤ ਅਜੇ ਵੀ ਅਸਪਸ਼ਟ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਪਾਰਲੀਮੈਂਟ ਹਿੱਲ ਸਾਹਮਣੇ 1984 ਦੇ ਸਿੱਖ ਕਤਲੇਆਮ ਵਿਰੁੱਧ ਰੋਸ ਮੁਜ਼ਾਹਰੇ ਦੌਰਾਨ ਬੰਬ ਦੀ ਅਫਵਾਹ ਫੈਲ ਗਈ, ਜਿਸ ਮਗਰੋਂ ਪੁਲਿਸ ਨੇ 2 ਸਿੱਖ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਘਟਨਾ ਤੇ ਸਿੱਖ ਜਥੇਬੰਦੀਆਂ ਭੜਕੀਆਂ ਹੋਈਆਂ ਨੇ ਕਿਉਂਕਿ ਪੁਲਿਸ ਦੀ ਜਾਂਚ ਵਿੱਚ ਬੰਬ ਦੀ ਗੱਲ ਕੋਰੀ ਅਫਵਾਹ ਨਿਕਲੀ ਹੈ ਤੇ ਪੁਲਿਸ ਨੇ ਹਿਰਾਸਤ ਵਿੱਚ ਲਏ ਦੋਵੇਂ ਸਿੱਖ ਨੂੰ ਰਿਹਾ ਕਰ ਦਿੱਤਾ। ਪੁਲਿਸ ਵੱਲੋਂ ਬਿਨਾਂ ਪੁਸ਼ਟੀ ਦੇ ਕੀਤੀ ਕਾਰਵਾਈ ਤੇ ਸਿੱਖ ਜਥੇਬੰਦੀਆਂ ਭੜਕ ਉੱਠੀਆਂ ਨੇ ਤੇ ਪੁਲਿਸ ਦੀ ਨਖੇਦੀ ਕਰ ਰਹੀਆਂ ਨੇ। ਇੱਕ ਪਾਸੇ ਜਿੱਥੇ ਅਮਰੀਕਾ ਦੇ ਵਿੱਚ ਸਿੱਖਾਂ ਨਾਲ ਜੁੜੇ ਨਸਲੀ ਹਮਲਿਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਤਾਂ ਉੱਥੇ ਇੰਜ ਲੱਗ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਵੀ ਸਿੱਖ ਸੁਰੱਖਿਅਤ ਨਹੀਂ ਹੈ। ਕੈਨੇਡਾ ਦੀ ਸੰਸਦ ਨੇੜੇ ਬਾਰੂਦ ਨਾਲ ਭਰੀਆਂ ਗੱਡੀਆਂ ਹੋਣ ਦੀ ਕੱਚੀ ਪੱਕੀ ਸੂਹ ਨੇ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਵੀਕਐਂਡ ਤੇ ਵਾਪਰੇ ਘਟਨਾਕ੍ਰਮ ਦੌਰਾਨ ਪਾਰਲੀਮੈਂਟ ਹਿੱਲ ਇਲਾਕੇ ਵਿੱਚ ਕਈ ਘੰਟੇ ਲੋਕਡਾਊਨ ਰੱਖਿਆ ਗਿਆ। ਕੈਨੇਡੀਅਨ ਪੁਲਿਸ ਵੱਲੋਂ ਘੱਟ ਸੁਰੱਖਿਆ ਦੀ ਸੰਭਵਤ ਖਤਰੇ ਦੇ ਨਜ਼ਰੀਏ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦਾ ਇੱਕ ਦੂਜਾ ਪਹਿਲੂ ਉਦੋਂ ਸਾਹਮਣੇ ਆਇਆ ਜਦੋਂ ਪਾਰਲੀਮੈਂਟ ਹਿੱਲ ਤੇ ਹੋਣ ਵਾਲੇ ਸਿੱਖ ਸਮਾਗਮ ਦੇ 2 ਆਯੋਜਕਾਂ ਨੇ ਦੱਸਿਆ ਕਿ ਉਹਨਾਂ ਨੂੰ ਇਲਾਕੇ ਵਿੱਚ ਬੰਬ ਦੀ ਧਮਕੀ ਦੇ ਸੰਬੰਧ ਵਿੱਚ ਗਲਤ ਪਛਾਣ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਭਾਰਤ ਵਿੱਚ 1984 ਦੇ ਸਿੱਖਾਂ ਦੇ ਕਤਲੇਆਮ ਲਈ ਇੱਕ ਯਾਦਗਾਰ ਰੈਲੀ ਦੇ ਪ੍ਰਬੰਧਕ ਮਨਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਉਸ ਨੂੰ ਦੱਸਿਆ ਕਿ ਉਹਨਾਂ ਕੋਲ ਭਰੋਸੇਯੋਗ ਜਾਣਕਾਰੀ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਪਾਰਲੀਮੈਂਟ ਹਿੱਲ ਦੇ ਬੰਬ ਦੀ ਧਮਕੀ ਨਾਲ ਜੁੜੀ ਹੋਈ ਸੀ। ਰੈਲੀ ਦੇ ਇੱਕ ਹੋਰ ਆਯੋਜਕ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਓਟਾਵਾ ਪੁਲਿਸ ਨੇ ਥੋੜੀ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ, ਜਿਸ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਨਾਮ ਹੇਠ ਸੰਸਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਉਸ ਦਾ ਕਹਿਣਾ ਹੈ ਕਿ ਥੋੜੇ ਸਮੇਂ ਲਈ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਰਿਹਾ ਕਰ ਦਿੱਤਾ ਤੇ ਮਾਫੀ ਮੰਗੀ। ਇਸ ਦੇ ਨਾਲ ਹੀ ਉਹਨਾਂ ਨੇ ਗਲਤ ਜਾਣਕਾਰੀ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਦੋਵੇਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਸਫੋਟਕਾਂ ਦੀ ਧਮਕੀ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਜਾਣ ਦੇ ਨਤੀਜੇ ਵਜੋਂ ਉਹਨਾਂ ਦੀ ਰੈਪੂਟੇਸ਼ਨ ਨੂੰ ਹੋਏ ਨੁਕਸਾਨ ਨੂੰ ਲੈ ਕੇ ਉਹ ਚਿੰਤਤ ਨੇ। ਓਟਾਵਾ ਪੁਲਿਸ ਨੇ ਘਟਨਾਵਾਂ ਦੇ ਵਿਅਕਤੀਆਂ ਦੇ ਰਿਕਾਰਡ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਪਰ ਸਿਰਫ ਇਹ ਕਿਹਾ ਕਿ ਮਾਮਲੇ ਦੀ ਜਾਂਚ ਹੁਣ ਪੂਰੀ ਹੋ ਗਈ ਹੈ ਅਤੇ ਕੋਈ ਦੋਸ਼ ਨਹੀਂ ਲਗਾਏ ਗਏ ਸਨ। ਦੂਜੀ ओर ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ WHO ਹੁਣ ਕੈਨੇਡੀਅਨ ਕਾਨੂੰਨ ਲਾਗੂ ਕਰਨ ਲਈ ਓਟਾਵਾ ਵਿੱਚ ਇੱਕ ਝੂਠੇ ਬੰਬ ਦੀ ਧਮਕੀ ਨਾਲ ਸਿੱਖ ਰੈਲੀ ਨੂੰ ਨਿਸ਼ਾਨਾ ਬਣਾਉਣ ਲਈ ਜ਼ਿੰਮੇਵਾਰ ਲੋਕਾਂ ਦੀ ਪੂਰੀ ਤਰ੍ਹਾਂ ਜਾਂਚ ਅਤੇ ਮੁਕੱਦਮਾ ਚਲਾਉਣ ਦੀ ਮੰਗ ਕਰ ਰਹੀ ਹੈ। ਦੱਸ ਦਈਏ ਕਿ ਇਸ ਸਾਲ ਜਨਵਰੀ ਵਿੱਚ ਟਰੱਕ ਡਰਾਈਵਰਾਂ ਦੇ ਅੰਦੋਲਨ ਮਗਰੋਂ ਕੈਨੇਡਾ ਦੀ ਰਾਜਧਾਨੀ ਤੀਜੀ ਵਾਰ ਮੰਦਭਾਗੀ ਖਬਰ ਕਾਰਨ ਚਰਚਾ ਵਿੱਚ ਆਈ ਹੈ। ਟਰੱਕ ਡਰਾਈਵਰਾਂ ਦੇ ਰੋਸ ਧਰਨੇ ਕਾਰਨ ਹੁਣ ਤੱਕ ਪਾਰਲੀਮੈਂਟ ਹਿੱਲ ਜਾਣ ਵਾਲੀਆਂ ਸੜਕਾਂ ਪੂਰੀ ਤਰ੍ਹਾਂ ਨਹੀਂ ਖੋਲੀਆਂ ਗਈਆਂ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਨੌਜਵਾਨ ਮਨਜਿੰਦਰ ਸਿੰਘ ਸਿੱਧੂ, ਜੋ ਕਿ ਆਪਣੇ ਕਾਰੋਬਾਰ ਦੇ ਸਿਲਸਿਲੇ ਦੋਹਾ ਕਤਰ ਵਿੱਚ ਰਹਿ ਰਿਹਾ ਸੀ ਅਤੇ ਉਹ ਉੱਥੋਂ ਕੰਟੇਨਰ ਦੀ ਖਰੀਦ ਸੰਬੰਧੀ ਈਰਾਨ ਚਲਾ ਗਿਆ ਸੀ, ਜਿੱਥੇ ਉਸ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨਜਿੰਦਰ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਜਾਵੇ। ਇਸ ਬਾਰੇ ਮਨਜਿੰਦਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੰਜਾਬ ਦੇ ਨੌਜਵਾਨ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁਖ ਕਰਦੇ ਰਹਿੰਦੇ ਨੇ, ਪਰ ਕਈ ਵਾਰ ਉਹ ਮੁਸੀਬਤ ਵਿੱਚ ਵੀ ਫਸ ਜਾਂਦੇ ਹਨ। ਅਜਿਹਾ ਹੀ ਮਾਮਲਾ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਦੌਦਰ ਗਰਬੀ ਤੋਂ ਸਾਹਮਣੇ ਆਇਆ,
ਜਿੱਥੋਂ ਦਾ ਨੌਜਵਾਨ ਮਨਜਿੰਦਰ ਸਿੰਘ ਸਿੱਧੂ ਕਾਰੋਬਾਰ ਦੇ ਸਿਲਸਿਲੇ ਦੋਹਾ ਕਤਰ ਰਹਿ ਰਿਹਾ ਸੀ ਅਤੇ ਉਹ ਉੱਥੋਂ ਕੰਟੇਨਰ ਦੀ ਖਰੀਦ ਸੰਬੰਧੀ ਈਰਾਨ ਚਲਾ ਗਿਆ, ਪਰ ਮਨਜਿੰਦਰ ਨੂੰ ਅਗਵਾ ਕਰ ਲਿਆ ਗਿਆ। ਮਨਜਿੰਦਰ ਸਿੰਘ ਸਿੱਧੂ ਦੀ ਪੰਜਾਬ 'ਚ ਰਹਿ ਰਹੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਕੰਮ ਦੇ ਸਿਲਸਿਲੇ 'ਚ ਦੋਹਾ ਕਤਰ ਗਿਆ ਹੋਇਆ ਸੀ ਅਤੇ ਜਦੋਂ ਉਹ ਇੱਕ ਕੰਟੇਨਰ ਦੀ ਖਰੀਦੋ ਫਰੋਖਤ ਕਰਨ ਲਈ ਈਰਾਨ ਗਿਆ ਤਾਂ ਉੱਥੇ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਜੰਜੀਰਾਂ ਵਿੱਚ ਕੈਦ ਕਰ ਲਿਆ, ਜਿਸ ਤੋਂ ਬਾਅਦ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਇਸ ਦਾ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋ ਗਿਆ ਸੀ। ਮੇਰਾ ਭਰਾ ਕੁਝ ਕਾਰੋਬਾਰ ਦੇ ਲਈ ਦੋਹਾ ਕਤਰ ਵਿੱਚ ਲੰਮੇ ਸਮੇਂ ਤੋਂ ਰਹਿ ਰਿਹਾ ਸੀ। ਉਹ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਈਰਾਨ ਪਹੁੰਚਿਆ ਕਿਉਂਕਿ ਉਸ ਦਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਸੀ। ਉੱਥੋਂ ਉਸਨੇ ਕੰਟੇਨਰ ਇੱਕ ਪੈਕ ਕਰਾਇਆ ਜੋ ਕਿ ਉਸ ਦੇ ਨਾਲ ਦੇ ਬੰਦਿਆਂ ਨੇ ਨਾਲ ਮਿਲ ਜੁਲ ਕੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਉਸ ਨੂੰ ਬੰਦੂਕ ਦੀ ਨੋਕ ਦੇ ਉੱਤੇ ਉੱਥੋਂ ਉਠਾ ਲਿਆ। ਉਸ ਨੂੰ ਬਾਅਦ ਵਿੱਚ ਕਿਸੇ ਜਗ੍ਹਾ ਤੇ ਲਿਜਾ ਕੇ 1000 ਕਿਲੋਮੀਟਰ ਜਗ੍ਹਾ ਤੇ ਲਿਜਾ ਕੇ ਸੰਗਲਾਂ ਦੇ ਨਾਲ ਬੰਨ੍ਹ ਕੇ ਕੈਦ ਕਰ ਲਿਆ। ਮਨਜਿੰਦਰ ਸਿੱਧੂ ਕਿਵੇਂ ਨਾ ਕਿਵੇਂ ਫਿਰੌਤੀ ਦੀ ਰਕਮ ਅਦਾ ਕਰਕੇ ਅਗਵਾਕਾਰਾਂ ਦੇ ਸ਼ਿਕੰਜੇ ਚੋਂ ਨਿਕਲਣ ਵਿੱਚ ਸਫਲ ਰਿਹਾ ਤੇ ਈਰਾਨ ਪਹੁੰਚ ਗਿਆ, ਪਰ ਉੱਥੇ ਮੌਜੂਦ ਭਾਰਤੀ ਐਮਬੈਸੀ ਵੱਲੋਂ ਉਹਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਣ ਲਈ ਕੋਈ ਮਦਦ ਨਹੀਂ ਕੀਤੀ ਗਈ। ਪੰਜਾਬ ਦੇ ਮੋਗਾ ਵਿੱਚ ਰਹਿਣ ਵਾਲੇ ਇਸ ਵਪਾਰੀ ਨੇ ਹੁਣ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਸਿੱਧੂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਦੋਂ ਉਹ ਈਰਾਨ ਸਥਿਤ ਭਾਰਤੀ ਦੂਤਾਵਾਸ ਗਿਆ ਤਾਂ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਉਸ ਨੂੰ ਦੋਹਾ ਵਾਪਸ ਭੇਜਣ ਲਈ 1 ਲੱਖ ਰੁਪਏ ਦੀ ਮੰਗ ਕੀਤੀ ਗਈ। ਉਹ ਇੰਨੇ ਪੈਸੇ ਦੇਣ ਦੇ ਸਮਰਥ ਵਿੱਚ ਨਹੀਂ ਸੀ। जिस टाइम मेरा किडनैप हुआ था इन लोगों को ईमेल भी किया था और इन लोगों को मैंने जिस टाइम मैं उन लोग से अपना छूटता हूँ फ़ोन भी किया था, पर इन लोग का अपना सर कोई भी मेरे को रिस्पॉन्स नहीं आता, कुछ भी नहीं आता। और ये लोग बोलते हैं हम आप हमारे बदर आवास काउंसलर में जाओ जो जहाँ पर मेरे को किडनैप किया था वहाँ से जो जिसका डिस्टेंस था तकरीबन अपना 300 किलोमीटर। तो सर इधर जिस टाइम मेरे को एम्बेसी में बिठाया गया इन लोगों ने मेरे को ना पानी ना कुछ भी पूछा, मेरे से एक अनदर कंट्री के अपना जैसे बिहेव करते हैं उसी हिसाब से मेरे साथ बिहेवियर किया। और इन लोगों ने बोला भाई आपको जो भी इधर खर्चा देना होगा आप अपनी जेब से देंगे, हम लोग आपके साथ लिए रूम अरेंज कर देते हैं। और संजय रावत सेक्रेटरी नाम के अपना सेक्रेटरी है उधर, उन लोगों ने ये बात मेरे से सब कुछ बोला और सर मेरे साथ अपना कुछ भी अच्छा बिहेवियर नहीं किया इन लोगों ने। तो मेरा भारत सरकार से प्रधानमंत्री नरेंद्र मोदी जी आपके साथ यही गुहार है, तो आप हमारा हेल्प कीजिए क्योंकि हम लोग पहले ही बहुत लॉस में चले गए हैं जिसका कारण हमारा 20-25 लाख का नुकसान हो गया है और हम लोगों ने पहले ही लोन उठाया हुआ है, तो हम लोग ऐसे बहुत मुश्किल में चले जाएंगे सर। ਸਿੱਧੂ ਦੀ ਭੈਣ ਸੰਦੀਪ ਕੌਰ ਨੇ ਆਖਿਆ ਕਿ ਈਰਾਨ ਵਿੱਚ ਭਾਰਤੀ ਐਮਬੈਸੀ ਨੇ ਨਾ ਤਾਂ ਉਸਦੇ ਭਰਾ ਨਾਲ ਗੱਲਬਾਤ ਕੀਤੀ ਅਤੇ ਨਾ ਹੀ ਮੁਲਾਕਾਤ ਕੀਤੀ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਭਰਾ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਈਰਾਨ ਅਤੇ UAE ਦੇ ਅਧਿਕਾਰੀਆਂ ਨਾਲ ਗੱਲ ਕਰਕੇ ਅਗਵਾ ਮਾਮਲੇ ਨੂੰ ਇੰਟਰਪੋਲ ਰਾਹੀਂ ਹੱਲ ਕੀਤਾ ਜਾਵੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਕਈ ਹਵਾਈ ਅੱਡਿਆਂ ਤੇ ਲੋਕ ਖੱਜਲ ਹੋ ਰਹੇ ਨੇ ਅਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਇੱਕ ਪਾਸੇ ਜਿੱਥੇ ਮੁਸਾਫਰ ਪਰੇਸ਼ਾਨ ਨੇ ਉੱਥੇ 에ਅਰਲਾਈਨਸ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਨਾਲ ਸੰਬੰਧਿਤ 에ਅਰ ਕੈਨੇਡਾ ਨੂੰ ਜੂਨ ਦੇ ਪਹਿਲੇ ਹਫ਼ਤੇ ਦੌਰਾਨ 10% ਦੀ ਫਲਾਈਟਸ ਰੱਦ ਕਰਨੀਆਂ ਪਈਆਂ। ਕੈਨੇਡਾ ਦੇ ਹਵਾਈ ਅੱਡਿਆਂ ਤੇ ਭੀੜ ਭੜੱਕਾ ਅਗਸਤ ਮਹੀਨੇ ਤੋਂ ਪਹਿਲਾਂ
ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਦੇਸ਼ ਵਿਦੇਸ਼ ਨਾਲ ਜੁੜੀਆਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।